ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਰਚਨਾਵਲੀ ਦੇ ਅੰਦਰ ਬੜੇ ਬੜੇ ਸੁੰਦਰ ਤਰੀਕੇ ਢੰਗ ਸਾਨੂੰ ਸਮਝਾਉਂਦੇ ਨੇ। ਭਾਈ ਸਾਹਿਬ ਜੀ ਦੇ ਰਚਨਾਵਲੀ ਦੀ ਚੱਲ ਰਹੀ ਵਿਚਾਰ ਦੇ ਦੁਆਰਾ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਨੇ ਸੰਸਾਰ ਦੇ ਅੰਦਰ ਆ ਕਰਕੇ ਪਰਿਪੂਰਨ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਭਾਈ ਸਾਹਿਬ ਕਹਿੰਦੇ ਜੈਸੇ ਲੱਖ ਕੋਰ ਲਿਖਤ ਨਾ ਕੰਨ ਭਾਰ ਲੱਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਲੱਖਾਂ ਤੇ ਕਰੋੜਾਂ ਦੀ ਗਿਣਤੀ ਲਿਖ ਲਈਏ ਕਾਗਜ਼ ਦੇ ਉੱਪਰ, ਤੇ ਉਹ ਕਾਗਜ਼ ਨੂੰ ਫਿਰ ਚੱਕ ਕੇ ਤੁਰ ਪਈਏ, ਤੇ ਕਾਗਜ਼ ਨੂੰ ਲੈ ਕੇ ਤੁਰਨ ਦੇ ਨਾਲ ਕੋਈ ਵਜ਼ਨ ਨਹੀਂ ਲੱਗੇਗਾ, ਕੋਈ ਭਾਰ ਨਹੀਂ ਲੱਗੇਗਾ, ਕਿਉਂਕਿ ਕਾਗਜ਼ ਦੇ ਉੱਪਰ ਅਕਸ਼ਰ ਲਿਖੇ ਨੇ ਤੇ ਉਹਨਾਂ ਨੂੰ ਚੁੱਕ ਕੇ ਮਨੁੱਖ ਤੁਰ ਪੈਂਦਾ ਹੈ। ਭਾਈ ਸਾਹਿਬ ਕਹਿੰਦੇ ਜਨਤ ਸੋ ਸ਼ਰਮ ਹੋਏ ਜਾਂ ਕੇ ਗਨ ਰੱਖੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਨੇ ਕਾਗਜ਼ ਤੇ ਗਿਣਤੀ ਲਿਖ ਕੇ ਚੁੱਕ ਕੇ ਤੁਰ ਪਿਆ ਹੈ ਉਹਨੂੰ ਭਾਰ ਨਹੀਂ ਲੱਗੇਗਾ। ਅਗਰ ਜਿੰਨੀ ਗਿਣਤੀ ਕਾਗਜ਼ ਦੇ ਉੱਪਰ ਲਿਖੀ ਗਈ ਹੈ ਲੱਖਾਂ ਕਰੋੜਾਂ ਦੀ, ਉਹ ਸਾਰੇ ਦੇ ਸਾਰੇ ਟਕੇ ਗਿਣ ਕੇ ਰੱਖ ਦਈਏ, ਰੁਪਏ ਗਿਣ ਕੇ ਰੱਖ ਦਈਏ, ਤੇ ਉਹ ਜਿਹੜਾ ਚੁੱਕੇਗਾ ਉਸ ਨੂੰ ਵਜ਼ਨ ਲੱਗੇਗਾ, ਉਹਨੂੰ ਥਕਾਵਟ ਹੋਵੇਗੀ, ਉਹਦਾ ਵਜ਼ਨ ਹੋਵੇਗਾ। ਭਾਈ ਗੁਰਦਾਸ ਸਾਹਿਬ ਅਗਲਾ ਪ੍ਰਮਾਣ ਦਿੰਦੇ ਕਹਿੰਦੇ ਅੰਮ੍ਰਿਤ ਅੰਮ੍ਰਿਤ ਕਹਿ ਪਾਈਏ ਨਾ ਅਮਰ ਪਦ। ਹੁਣ ਸੰਸਾਰ ਦੇ ਜੀਵ ਸਾਰੇ ਹੀ ਅਮਰ ਪਦਵੀ ਨੂੰ ਲੋਚਦੇ, ਸਾਰੇ ਹੀ ਕਹਿੰਦੇ ਆ ਜੀ ਐਸਾ ਜੀਵਨ ਹੋਵੇ ਅੰਮ੍ਰਿਤਮਈ ਜਿਹਦੇ ਨਾਲ ਮੌਤ ਦਾ ਭੈ ਨਾ ਰਹਿ ਜਾਏ, ਮ੍ਰਿਤੂ ਭੈ ਤੋਂ ਰਹਿਤ ਹੋ ਜਾਈਏ। ਭਾਈ ਗੁਰਦਾਸ ਸਾਹਿਬ ਕਹਿੰਦੇ ਅੰਮ੍ਰਿਤ ਅੰਮ੍ਰਿਤ ਕਹਿਣ ਨਾਲ ਜੀਵਨ ਅਮਰ ਨਹੀਂ ਹੋਣਾ, ਜਿੰਨਾ ਚਿਰ ਉਹ ਅੰਦਰ ਅੰਮ੍ਰਿਤ ਉਤਰਿਆ ਨਹੀਂ ਉਹਨਾਂ ਚਿਰ ਅਮਰ ਪਦ ਮੌਤ ਤੋਂ ਰਹਿਤ ਵਾਲਾ ਮੁਰਾਤਬਾ ਉਹ ਪਦਵੀ ਤੈਨੂੰ ਹਾਸਲ ਨਹੀਂ ਹੋਵੇਗੀ। ਕਹਿਣ ਦੇ ਨਾਲ ਕੁਝ ਨਹੀਂ ਬਣਨਾ ਜਿੰਨਾ ਚਿਰ ਜੀਵਨ ਵਿੱਚ ਨਾ ਉਤਰੇ। ਭਾਈ ਸਾਹਿਬ ਕਹਿੰਦੇ ਜੌਲੋ ਜੀਵਾ ਕੈ ਸੋ ਰਸ ਅੰਮ੍ਰਿਤ ਨਾ ਚਾਖੀਏ। ਜਦੋਂ ਤੱਕ ਜੀਵ ਆਪਣੀ ਜ਼ਬਾਨ ਦੇ ਨਾਲ ਅੰਮ੍ਰਿਤ ਦੇ ਰਸ ਨੂੰ ਚਖਦਾ ਨਹੀਂ, ਅੰਮ੍ਰਿਤ ਨੂੰ ਛਕਦਾ ਨਹੀਂ, ਅੰਮ੍ਰਿਤ ਦੇ ਰਸ ਨੂੰ ਮਾਣਦਾ ਨਹੀਂ, ਉਹਨਾਂ ਚਿਰ ਉਹਦਾ ਜੀਵਨ ਅੰਮ੍ਰਿਤਮਈ ਨਹੀਂ ਹੋਵੇਗਾ। ਅੰਮ੍ਰਿਤਮਈ ਜੀਵਨ ਤਦੋਂ ਹੀ ਹੋਵੇਗਾ ਜਦੋਂ ਹਿਰਦੇ ਦੇ ਅੰਦਰ ਅੰਮ੍ਰਿਤ ਉਤਰਿਆ ਔਰ ਰਸਨਾ ਤੇ ਅੰਮ੍ਰਿਤ ਰੱਖਿਆ ਤੇ ਉਹਦਾ ਰਸ ਆਇਆ, ਬੇਰਸੀ ਚਲੀ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਅਨ ਹੋਰ ਰਸਾਂ ਵਿੱਚ ਰਸੀ ਹੈ। ਇਹਨੂੰ ਨਾਮ ਅੰਮ੍ਰਿਤ ਦਾ, ਅੰਮ੍ਰਿਤ ਪ੍ਰਤੱਖ ਦਾ ਰਸ ਨਹੀਂ ਆਇਆ, ਸਵਾਦ ਨਹੀਂ ਆਇਆ। ਪਿਆਸ ਨਾ ਜਾਏ ਹੂਰਤ ਕਿਤੈ ਤੇਰੀ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਜੇ ਇੱਕ ਵਾਰੀ ਰਸ ਵਾਹਿਗੁਰੂ ਦੇ ਨਾਮ ਦਾ ਆ ਗਿਆ ਨਾ, ਫਿਰ ਅਨਰਸ ਖਤਮ ਹੋ ਜਾਣਗੇ, ਫਿਰ ਬੇਰਸੀ ਜੀਵਨ ਵਿੱਚੋਂ ਚਲੀ ਜਾਵੇਗੀ। ਅੱਜ ਰਸਨਾ ਦੇ ਦੁਆਰਾ ਅੰਮ੍ਰਿਤ ਨੂੰ ਛਕਿਆ ਨਹੀਂ,
ਰਸਨਾ ਦੇ ਦੁਆਰਾ ਨਾਮ ਅੰਮ੍ਰਿਤ ਨੂੰ ਜਪਿਆ ਨਹੀਂ, ਨਾ ਨਾਮ ਦਾ ਰਸ ਜ਼ਬਾਨ ਦੁਆਰਾ ਆਇਆ ਹੈ, ਨਾ ਆਪਣੇ ਅੰਦਰ ਨਾਮ ਨੂੰ ਜਪ ਕੇ ਜੀਵਨ ਵਿੱਚ ਅੰਮ੍ਰਿਤ ਨਾਮ ਨੂੰ ਉਤਾਰਿਆ ਹੈ, ਤੇ ਨਾ ਹੀ ਰਸਨਾ ਦੁਆਰੇ ਗੁਰੂ ਨੇ ਬਾਹਰੀ ਤੌਰ ਤੇ ਜੋ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਨਾ ਉਹਨੂੰ ਛਕਿਆ, ਨਾ ਜਪਿਆ, ਨਾ ਛਕਿਆ, ਕੁਝ ਨਹੀਂ ਕੀਤਾ। ਗੱਲਾਂ ਬਹੁਤ ਨੇ, ਹਵਾਲੇ ਬਹੁਤ ਨੇ, ਪ੍ਰਮਾਣ ਬਹੁਤ ਨੇ। ਭਾਈ ਸਾਹਿਬ ਕਹਿੰਦੇ ਓਨਾ ਚਿਰ ਚੱਖਣ ਤੋਂ ਬਗੈਰ ਰਸ ਮਾਣਿਆ ਨਹੀਂ ਜਾਣਾ। ਗੱਲੀ ਹਾਉ ਸੁਹਾਗਨ ਪੈਨੇ, ਕੰਤ ਨ ਕਬਹੂ ਮੈਂ ਮਿਲਿਆ। ਕੋਈ ਗੱਲਾਂ ਸੁਹਾਗਣਾ ਵਾਲੀਆਂ ਬੀਬੀ ਕਰੀ ਜਾਵੇ, ਸੁਹਾਗਨ ਨੂੰ ਆ ਕਰਨਾ ਚਾਹੀਦਾ ਹੈ, ਸੁਹਾਗਨ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ, ਐਸੇ ਕੱਪੜੇ, ਐਸੀਆਂ ਗੱਲਾਂ, ਇਹੋ ਜਿਹਾ ਉਹਦਾ ਜੀਵਨ, ਆਪ ਸੁਹਾਗਨ ਹੈ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਵਾਲੀਆਂ ਗੱਲਾਂ ਕਰੀ ਜਾਵੇ, ਗੁਰੂ ਵਾਲਾ ਬਣਿਆ ਤਾਂ ਹੈ ਹੀ ਨਹੀਂ। ਨਾ ਗੁਰੂ ਵਾਲੇ ਗੁਣ ਨੇ, ਨਾ ਗੁਰੂ ਵਾਲੇ ਦਾਤ ਅੰਮ੍ਰਿਤ ਦੀ ਪ੍ਰਾਪਤ ਕੀਤੀ ਹੈ, ਖੰਡੇ ਦੀ ਪੌਲ, ਨਾ ਨਾਮ ਜਪਦਾ ਹੈ, ਨਾ ਸੰਗਤ ਕਰਦਾ ਹੈ, ਨਾ ਸਤਿਗੁਰੂ ਵਾਲੇ ਸੰਗਤ ਵਾਲੇ ਭਲੇ ਪੁਰਸ਼ਾਂ ਵਾਲੇ ਗੁਣ ਪੱਲੇ ਨਹੀਂ, ਪ੍ਰਭੂ ਦਾ ਨਾਮ ਪੱਲੇ ਨਹੀਂ। ਆਪਣੇ ਆਪ ਨੂੰ ਸਿੱਖ ਕਹਾਈ ਜਾਂਦਾ ਕਿ ਮੇਰੇ ਵਰਗਾ ਕੌਣ, ਮੈਨੂੰ ਬਹੁਤ ਪਤਾ ਹੈ। ਮਹਾਰਾਜ ਸਾਹਿਬ ਕਹਿੰਦੇ ਤੇਰਾ ਪਤਾ ਇਸ ਤਰ੍ਹਾਂ ਦਾ ਹੈ ਜਿਵੇਂ ਪਤੀ ਤਾਂ ਹੈ ਨਹੀਂ, ਗੱਲਾਂ ਹੀ ਨੇ ਸੁਹਾਗਣਾ ਵਾਲੀਆਂ, ਬਾਹਰੋਂ ਸ਼ਿੰਗਾਰ ਹੀ ਸੁਹਾਗਣਾ ਵਾਲੇ। ਭਾਈ ਗੁਰਦਾਸ ਸਾਹਿਬ ਕਹਿੰਦੇ ਰਸ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਰਸਨਾ ਦੇ ਅੰਦਰ ਜਪਦਿਆਂ ਜਪਦਿਆਂ ਉਤਰਦਾ ਹੈ ਤੇ ਉਹ ਦੁੱਖਾਂ ਨੂੰ ਦੂਰ ਕਰ ਦਿੰਦਾ। ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਜਿਵੇਂ ਜਿਵੇਂ ਰਸ ਦੇ ਅੰਦਰ ਰਸਨਾ ਰਸ ਹੁਣ ਭਰਦਾ ਗਿਆ ਰਸਨਾ ਵਿੱਚ, ਔਰ ਰਸ ਵਿੱਚ ਗੁੰਥੜ ਹੁੰਦੀ ਗਈ, ਰਸ ਇਹਦੇ ਦੁਆਰਾ ਜੀਵਨ ਵਿੱਚ ਉਤਰਦਾ ਗਿਆ। ਭਾਈ ਗੁਰਦਾਸ ਸਾਹਿਬ ਨੇ ਜੋ ਕਿਹਾ, ਸਤਿਗੁਰੂ ਕਹਿੰਦੇ ਦੁੱਖ ਭੱਜ ਜਾਣਗੇ, ਦੂਰ ਹੋ ਜਾਣਗੇ ਜਦੋਂ ਅੰਦਰ ਇਹ ਰਸ ਉਤਰੇ ਜੀਵਨ ਦੇ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਬੰਦੀ ਜਨ ਕੀ ਆਸੀਸ ਭੂਪਤ ਨਾ ਹੋਏ ਕੋ। ਕੈਦਖਾਨੇ ਵਿੱਚ ਬੰਦਾ ਹੋਵੇ, ਕੈਦਖਾਨੇ ਵਿੱਚ ਕੋਈ ਕੈਦੀ, ਤੇ ਔਰ ਉਹ ਬੰਦੀ ਜਨ ਕੀ ਕਰੇ, ਗੋਤਰਾਚਾਰ ਗਾਉਣ ਵਾਲਾ, ਭੱਟ, ਹੋਰ ਕੋਈ ਤੁਰਿਆ ਜਾਣ ਵਾਲਾ, ਅੱਜ ਦੇ ਹਿਸਾਬ ਨਾਲ ਉਹ ਮੰਗਤਾ ਆਦਿਕ, ਉਹ ਬੜੀਆਂ ਅਸੀਸਾਂ ਦੇਵੇ, ਤੇਰੀਆਂ ਗੱਡੀਆਂ ਚੱਲਣਾ, ਤੇਰੇ ਤੂੰ ਰਾਜਾ ਬਣ ਜਾਵੇਂ, ਤੂੰ ਆ ਹੋ ਜਾਵੇਂ, ਉਹ ਹੋ ਜਾਵੇਂ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਕੈਦਖਾਨੇ ਦੇ ਵਿੱਚ ਕੈਦੀ ਜਿਹੜਾ, ਮੰਗਤਾ ਜਿਹੜਾ, ਔਰ ਉਹਦੀਆਂ ਅਸੀਸਾਂ ਨਾਲ ਭੂਪਤ ਨਾ ਹੋਏ ਕੋਈ ਬਾਦਸ਼ਾਹ ਨਹੀਂ ਬਣ ਲੱਗਾ। ਜੇ ਉਹਦੇ ਕਰਨ ਨਾਲ, ਉਹਦੇ ਬੋਲਣ ਨਾਲ ਹੀ ਕੁਝ ਹੁੰਦਾ ਤੇ ਉਹ ਠੂਠਾ ਫੜ ਕੇ ਕਿਉਂ ਮੰਗਦਾ ਫਿਰਦਾ। ਜੇ ਉਹਦੇ ਬੋਲਾਂ ਨਾਲ ਹੀ ਰਾਜਪਾਟ ਦਾ ਤਖਤ ਮਿਲ ਜਾਂਦਾ ਤੇ ਉਹ ਆਪ ਬੰਦੀਖਾਨੇ, ਕੈਦਖਾਨੇ ਦੇ ਵਿੱਚ ਕੈਦੀ ਕਿਉਂ ਬਣਿਆ ਹੁੰਦਾ, ਆਪ ਨਹੀਂ ਬਣਦਾ ਸੀ। ਭਾਈ ਸਾਹਿਬ ਕਹਿੰਦੇ ਆ, ਸਿੰਘਾਸਨ ਬੈਠੇ ਜੌਲ ਚੱਕਰ ਵੈ ਨਾ ਭਾਕੀਏ। ਜਿੰਨਾ ਚਿਰ ਆਦਮੀ ਉਹ ਤਖਤ ਦੇ ਉੱਪਰ ਨਹੀਂ ਬੈਠਦਾ, ਰਾਜ ਤਖਤ ਦੇ ਉੱਪਰ, ਉਹਨਾਂ ਚਿਰ ਨੂੰ ਰਾਜਾ ਨਹੀਂ ਕਿਹਾ ਜਾਂਦਾ। ਮੰਗਤਾ ਜਿੰਨੀਆਂ ਮਰਜ਼ੀ ਉਹਨੂੰ ਅਸੀਸਾਂ ਦਈ ਜਾਵੇ, ਤੂੰ ਬਾਦਸ਼ਾਹ ਹੈ, ਤੂੰ ਆ ਹੈ, ਉਹ ਆ, ਕਿਉਂਕਿ ਉਹਨੇ ਆਪਣਾ ਪੇਟ ਪਾਲਣਾ ਗੱਲਾਂ ਦੇ ਨਾਲ, 4 ਰੁਪਏ ਲੈਣੇ ਨੇ।
ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਇਹ ਨਹੀਂ ਹੋ ਸਕਦਾ, ਗੱਲਾਂ ਨਾਲ ਅੰਮ੍ਰਿਤ ਦਾ ਰਸ ਨਹੀਂ ਆਉਂਦਾ, ਗੱਲਾਂ ਦੇ ਨਾਲ ਅਮਰ ਪਦਵੀ ਨਹੀਂ ਪ੍ਰਾਪਤ ਹੁੰਦੀ। ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਤੈਸੇ ਲਿਖੇ ਸੁਣੇ ਕਾਹੇ ਪਾਈਐ ਨਾ ਗੁਰਮਤ। ਕੁਝ ਲਿਖ ਲੈਂਦੇ ਨੇ ਕਿਤਾਬ 'ਚ ਤੇ ਕੁਝ ਸੁਣਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਲਿਖਣ ਨਾਲ ਤੇ ਸੁਣਨ ਨਾਲ ਨਾ ਪਾਈਏ ਗੁਰਮਤ। ਭਾਈ ਗੁਰਦਾਸ ਸਾਹਿਬ ਕਹਿੰਦੇ ਕਈ ਇਹ ਕਹਿੰਦੇ ਫਿਰਨਗੇ ਬਈ ਅਸੀਂ ਬਹੁਤ ਕਥਾ ਸੁਣੀ ਜੀ, ਬਹੁਤ ਪਾਠ ਸੁਣਿਆ ਜੀ, ਤੇ ਜੀਵਨ ਉਹਨਾਂ ਦਾ ਵੇਖੀਦਾ ਇਹੋ ਜਿਹੀਆਂ ਗੱਲਾਂ ਤੇ ਇਹੋ ਜਿਹੇ ਸਿਸਟਮ ਵਿੱਚ ਤੁਰੇ ਫਿਰਦੇ ਨੇ ਕਿ ਉਹ ਆਮ ਬੰਦਾ ਵੀ ਨਹੀਂ ਕਰਦਾ। ਉਹਦਾ ਸੁਣਨ ਦਾ ਫਾਇਦਾ ਕੀ ਰਹਿ ਗਿਆ? ਕੁਝ ਨੇ ਕਿਤਾਬਾਂ ਲਿਖ ਲਈਆਂ, ਗੁਰਮਤ ਪੱਲੇ ਹੀ ਨਹੀਂ, ਗੁਰਮਤ ਪੱਲੇ ਹੀ ਨਹੀਂ। ਕਈਆਂ ਦੇ ਆਉਂਦੇ ਦੇਖੋ ਉਹ ਲਿਖਾਰੀ ਬਣ ਜਾਂਦੇ ਨੇ ਲਿਖਦਿਆਂ ਤੇ ਔਰ ਆਪਦੇ ਸਰੀਰ ਤੇ ਉਹਨਾਂ ਤੇ ਕਿਤਾਬ 'ਚ ਜਿਹੜਾ ਹੈ ਅੰਮ੍ਰਿਤ ਦੀ ਉਪਮਾ ਲਿਖਣਗੇ ਤੇ ਆਪ ਅੰਮ੍ਰਿਤ ਛਕਿਆ ਹੀ ਨਹੀਂ ਹੁੰਦਾ। ਆਪ ਗੁਰਮਤ ਦੇ ਲਿਬਾਸ ਦੀ ਗੱਲ ਕਰਨਗੇ, ਗੁਰਮਤ ਦੀ, ਤੇ ਮਨਮਤ ਹੁੰਦੀ ਹੈ ਕੋਈ ਤਨ ਤੇ ਹੋਰ ਹੀ ਸ਼ਿੰਗਾਰ ਕੀਤੇ ਹੁੰਦੇ, ਹੋਰ ਹੀ ਲਿਬਾਸ ਹੁੰਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਕੋਈ ਲਿਖਣ ਦੇ ਨਾਲ ਗੁਰਮਤੀਆ ਨਹੀਂ ਬਣਦਾ ਜਿੰਨਾ ਚਿਰ ਗੁਰੂ ਦੇ ਗੁਣ ਤੇ ਗੁਰੂ ਦੀ ਮੱਤ ਦਾ ਅੰਦਰੋਂ ਬਾਹਰੋਂ ਧਾਰਨੀ ਨਹੀਂ ਹੁੰਦਾ। ਸੁਣਨ ਦੇ ਨਾਲ ਕੋਈ ਔਰ ਰੱਬ ਨਾਲ ਮਿਲਦਾ ਨਹੀਂ, ਗੁਰਮਤ ਨੂੰ ਪ੍ਰਾਪਤ ਨਹੀਂ ਕਰਦਾ ਜਿੰਨਾ ਚਿਰ ਜੋ ਕੁਝ ਸੁਣਿਆ ਉਹਨੂੰ ਜੀਵਨ ਅੰਦਰ ਉਤਾਰਿਆ ਨਹੀਂ, ਕਮਾਇਆ ਨਹੀਂ, ਉਹਨਾਂ ਚਿਰ ਗੁਰਮਤ ਪੱਲੇ ਨਹੀਂ ਪੈਂਦੀ ਔਰ ਉਹਨਾਂ ਚਿਰ ਗੁਰਮਤ ਅੰਦਰ ਨਹੀਂ ਉਤਰਦੀ। ਜੌਲਾ ਜਦੋਂ ਤੱਕ ਗੁਰ ਸ਼ਬਦ ਕੀ ਸਜੁਗਤ ਨਾ ਲੱਖੀਐ, ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਸ੍ਰੇਸ਼ਟ ਜੁਗਤੀ ਪੱਲੇ ਨਹੀਂ ਆਉਂਦੀ, ਜਿੰਨਾ ਚਿਰ ਸ੍ਰੇਸ਼ਟ ਜੁਗਤੀ ਦੇ ਦੁਆਰਾ ਸ਼ਬਦ ਨਾਲ ਸੁਰਤ ਦੀ ਬਣ ਨਹੀਂ ਆਉਂਦੀ, ਸੁਰਤ ਜੁੜ ਨਹੀਂ ਪਾਉਂਦੀ, ਉਹਨਾਂ ਚਿਰ ਔਰ ਗੁਰਮਤ ਨਹੀਂ ਹਿਰਦੇ ਅੰਦਰ ਵਸਣੀ। ਆਪਣੇ ਆਪ ਨੂੰ ਗੁਰੂ ਨਾਲ ਜੋੜ, ਗੁਰੂ ਦੇ ਅਨੁਕੂਲ ਬਣਾ, ਗੁਰਮਤ ਤੇਰੇ ਹਿਰਦੇ ਅੰਦਰ ਵਸ ਜਾਏ, ਹਿਰਦੇ ਵਿੱਚ ਵਸ ਜਾਏ ਔਰ ਗੁਰੂ ਦੇ ਅਨੁਕੂਲ ਹੋ ਕੇ ਗੁਰਮਤ ਦਾ ਧਾਰਨੀ ਹੋਏਗਾ। ਗੁਰੂ ਤਾਂ ਆਵਾਜ਼ਾਂ ਮਾਰ ਕੇ ਬਚਨ ਕਹਿੰਦੇ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਅਨਜਾਨ ਬੇਸਮਝ ਬੇਗਿਆਤ ਤੂੰ ਲੈਣਾ ਕਰ। ਬਹੁਤੇ ਸਿਆਣੇ ਡੁੱਬ ਗਏ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿਲਾਉਣ ਵਾਲੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜੇ ਸਭ ਕੁਝ ਪੜ੍ਹ ਲਿਆ, ਸਭ ਕੁਝ ਸੁਣ ਲਿਆ ਤੇ ਗੁਰੂ ਦਾ ਗਿਆਨ, ਗੁਰੂ ਦਾ ਧਿਆਨ, ਗੁਰੂ ਦੀ ਗੁਰਮਤ ਅੰਦਰ ਨਹੀਂ ਵਸੇ ਤੇ ਫਿਰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਕਹਿਣ ਲੱਗੇ ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ। ਉਹਨਾਂ ਨੂੰ ਪੜ੍ਹ ਲਿਆ ਤੇ ਉਹਦਾ ਪੜ੍ਹਨ ਦਾ ਕੀ ਗੁਣ ਹੋਇਆ? ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਰੱਬ ਤਾਂ ਮਿਲਿਆ ਨਹੀਂ, ਗਿਆਨ ਪ੍ਰਾਪਤ ਨਹੀਂ ਹੋਇਆ, ਸ਼ਾਂਤੀ ਕੋਲ ਨਹੀਂ ਆਈ ਤੇ ਉਹਦਾ ਪੜ੍ਹਨ ਦਾ ਸੁਣਨ ਦਾ ਲਾਭ ਕੀ ਹੋਇਆ? ਕੇਵਲ ਰੌਲਾ ਪਾਉਣ ਵਾਸਤੇ ਵੀ ਮੈਂ ਬਹੁਤ ਕੁਝ ਪੜ੍ਹ ਲਿਆ, ਮੈਂ ਬਹੁਤ ਕੁਝ ਆ ਕਰ ਲਿਆ, ਕੁਝ ਵੀ ਅੰਦਰ ਨਹੀਂ ਉਤਾਰਿਆ, ਕੁਝ ਵੀ ਨਹੀਂ ਕੀਤਾ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹਨੂੰ ਸ੍ਰੇਸ਼ਟ ਜੁਗਤੀ ਨਾਲ ਹਿਰਦੇ 'ਚ ਵਸਾ। ਕਹਿੰਦੇ ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਕੀ ਫਾਇਦਾ ਹੋਇਆ, ਕਿਹੜਾ ਗੁਣ ਪ੍ਰਾਪਤ ਕਰ ਲਿਆ ਜੇ ਅੰਦਰ ਨਹੀਂ ਉਤਰਿਆ। ਕਹਿੰਦੇ ਖਰ ਚੰਦਨ ਦਸ ਭਾਰਾ, ਖਰ ਮੈਣਾ ਗਧਾ ਹੁੰਦਾ, ਖੋਤਾ ਹੁੰਦਾ, ਕਹਿੰਦੇ ਖੋਤੇ ਦੇ ਉੱਪਰ ਚੰਦਨ ਲੱਦ ਦੇਈਏ, ਚੰਦਨ ਬੜਾ ਕੀਮਤੀ ਏ, ਬੜਾ ਸੁਗੰਧੀਦਾਰ ਏ, ਤੇ ਗਧੇ ਵਾਸਤੇ ਤਾਂ ਕੇਵਲ ਉਹ ਭਾਰ ਹੀ ਹੈ ਨਾ, ਬੋਝ ਹੀ ਹੈ ਨਾ, ਉਹ ਕੀ ਦਾਣੇ ਉਹਦੀ। ਔਰ
ਕੀਮਤ ਨੂੰ, ਉਹਦੀ ਕਦਰ ਨੂੰ। ਕਹਿੰਦੇ ਇਹੋ ਮਨੁੱਖ ਦੀ ਹਾਲਤ ਬਤਾਦ ਅੰਦਰ, ਇਹ ਵੀ ਗੁਰੂ ਦੇ ਗਿਆਨ ਨੂੰ ਨਹੀਂ ਜਾਣਦਾ। ਔਰ ਗੁਰੂ ਦਾ ਗਿਆਨ ਆਤਮਕ ਸਕੂਨ ਦੇਣ ਵਾਲਾ ਸੀ, ਉਹਦੇ ਨਾਲ ਨਹੀਂ ਜੁੜਿਆ। ਕਹਿੰਦੇ ਰਾਮ ਨਾਮ ਕੀ ਗਤ ਨਹੀਂ ਜਾਣੀ, ਰੱਬ ਦੇ ਨਾਮ ਵਾਲੀ ਹਾਲਤ, ਰੱਬ ਦੇ ਨਾਮ ਵਾਲੀ ਮਰਜ਼ਾਦਾ ਉਹ ਨਹੀਂ ਜਾਣੀ। ਪ੍ਰਾਪਤ ਕਿਵੇਂ ਹੋਣਾ, ਉਹ ਕਿਵੇਂ ਵਸਣਾ, ਕਿਵੇਂ ਵਸਾਉਣਾ, ਕਿਵੇਂ ਜਪਣਾ, ਕਿਵੇਂ ਧਿਆਉਣਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ, ਕਿਵੇਂ ਪਾਰ ਉਤਾਰਾ ਹੋਵੇਗਾ, ਕਿਵੇਂ ਸੰਸਾਰ ਸਮੁੰਦਰ ਤੋਂ ਤਰ ਕੇ ਪਰਮਾਤਮਾ ਦੇ ਕਿਨਾਰੇ ਤੇ ਉਤਰੇਗਾ। ਉਧਰਲੇ ਕਿਨਾਰੇ ਤੇ ਹਿਰਦੇ ਦੇ ਅੰਦਰ ਵਸਾਇਆ ਨਹੀਂ, ਟਿਕਿਆ ਨਹੀਂ, ਪਰਮਾਤਮਾ ਨੂੰ ਟਿਕਾ। ਫਿਰ ਤੇਰਾ ਪੜਿਆ ਸੁਣਿਆ